ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ CFI ਦੇ ਚੈਪਟਰ 2 ਦਾ ਜੋ ਰਿਮੇਨਿੰਗ ਪਾਰਟ ਰਹਿ ਗਿਆ ਸੀ OS ਸਿਸਟਮ ਉਹਨੂੰ ਸਟੱਡੀ ਕਰਾਂਗੇ। OS ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਸਟੈਂਡਸ ਫॉर ਆਪਰੇਟਿੰਗ ਸਿਸਟਮ ਹੈ। ਬੇਸਿਕਲੀ ਕੀ ਹੈ, OS ਦੀ ਡੈਫੀਨੇਸ਼ਨ ਲਿਖੀ ਹੈ, ਆਪਰੇਟਿੰਗ ਸਿਸਟਮ ਇਜ਼ ਐਨ ਇੰਟੀਗ੍ਰੇਟਡ ਸੈਟ ਆਫ ਪ੍ਰੋਗਰਾਮ ਡੈਟ ਕੰਟਰੋਲ ਦਾ ਰਿਸੋਰਸਿਸ। ਕਿਹੜੇ ਰਿਸੋਰਸਿਸ ਨੂੰ ਕੰਟਰੋਲ ਕਰਦਾ? CPU, ਮੈਮਰੀ, ਇਨਪੁਟ ਆਊਟਪੁਟ ਡਿਵਾਈਸ ਐਕਸੈਟਰਾ of a computer system and provides its users with an interface or virtual machine that is more convenient to use than the base machine. So basically OS एक programs ਦਾ ਸੈੱਟ ਹੈ ਜੋ ਸਾਰੇ ਰਿਸੋਰਸਿਸ ਨੂੰ ਯੂਜ਼ ਕਰਦਾ, ਜਿਸ ਤਰ੍ਹਾਂ ਦੱਸਿਆ ਸੀ ਕਿ ਬ੍ਰਿਜ ਦਾ ਕੰਮ ਕਰਦਾ ਵਾ ਹਾਰਡਵੇਅਰ, ਔਰ ਜਿੱਦਾਂ ਡੈਫੀਨੇਸ਼ਨ ਦੱਸਿਆ ਇਹਨਾਂ ਨੇ ਦਿਖਾਇਆ ਆ ਹਾਰਡਵੇਅਰ, ਕੰਪਿਊਟਰ ਹਾਰਡਵੇਅਰ ਦੇ ਵਿੱਚ ਆਪਰੇਟਿੰਗ ਸਿਸਟਮ ਇੱਕ ਬ੍ਰਿਜ ਦਾ ਕੰਮ ਕਰਦਾ ਵਾ। ਉਸ ਤੋਂ ਨਾਲ ਐਪਲੀਕੇਸ਼ਨਸ ਨੇ, ਐਪਲੀਕੇਸ਼ਨ ਨੂੰ ਆਪਾਂ ਯੂਜ਼ ਕਰਦੇ ਹਾਂ ਯੂਜ਼ਰ 1 ਯੂਜ਼ਰ 3 ਜਿੰਨੇ ਯੂਜ਼ਰ ਵੀ ਹੈਗੇ ਨੇ ਉਹਦੇ 'ਚ ਯੂਜ਼ ਕਰਦੇ ਨੇ। ਸੋ ਆਪਰੇਟਿੰਗ ਸਿਸਟਮ ਇੱਕ ਹੈ ਪ੍ਰੋਗਰਾਮਿੰਗ ਹੈ, ਲੇਕਿਨ ਉਹ ਬੇਸਿਕਲੀ ਇੰਪੋਰਟੈਂਟ ਹੈ। ਉਹ ਕੀ ਕਰਦਾ, ਇੱਕ ਗੈਪ ਨੂੰ ਘਟਾਉਂਦਾ ਵਾ, ਕਿਉਂਕਿ ਆਪਾਂ ਮਸ਼ੀਨ ਲੈਵਲ ਲੈਂਗੁਏਜ ਨਹੀਂ ਆਉਂਦੀ, ਆਪਾਂ ਨੂੰ ਦੂਸਰੀ ਲੈਂਗੁਏਜ ਆਉਂਦੀ ਹੈ, ਤਾਂ ਉਹ ਦੂਸਰੀ ਲੈਂਗੁਏਜ ਜੋ ਆਪਾਂ ਕਮਾਂਡਸ ਦਿੰਦੇ ਹਾਂ, ਜੋ ਵੀ ਆਪਾਂ ਇੰਟਰੈਕਸ਼ਨ ਕਰਦੇ ਹਾਂ, ਉਹਨੂੰ ਕਨਵਰਟ ਕਰਦਾ ਮਸ਼ੀਨ ਲੈਵਲ ਲੈਂਗੁਏਜ, ਅਤੇ ਉਹਨੂੰ ਮਸ਼ੀਨ ਲੈਵਲ ਲੈਂਗੁਏਜ ਦਾ ਰਿਜ਼ਲਟ ਮਿਲਦਾ, ਉਹਨੂੰ ਫਿਰ ਆਪਣੀ ਲੈਂਗੁਏਜ ਕਨਵਰਟ ਕਰਕੇ ਆਪਾਂ ਨੂੰ ਦਿਖਾ ਦਿੰਦਾ। ਸੋ ਇਹ ਹੈਗਾ ਬੇਸਿਕ ਪਰਪਜ਼ ਆਫ ਕੰਪਿਊਟਰ ਸਿਸਟਮ। ਉਹ ਜਿਹੜੇ ਕੰਪਿਊਟਰ ਸਿਸਟਮ ਦੇ ਕਿਉਂ ਯੂਜ਼ ਕਰਦੇ ਹਾਂ, ਆਬਜੈਕਟਿਵ ਆਪਣੇ ਕੀ ਆਪਾਂ ਉਹ ਸਟੱਡੀ ਕਰਾਂਗੇ। ਪਹਿਲਾ ਆਬਜੈਕਟਿਵ ਆ ਮੇਕਿੰਗ ਆ ਕੰਪਿਊਟਰ ਸਿਸਟਮ ਕਨਵੀਨੀਐਂਟ ਟੂ ਯੂਜ਼। ਅਗਰ ਆਪਾਂ ਆਪਰੇਟਿੰਗ ਸਿਸਟਮ ਯੂਜ਼ ਕਰ ਰਹੇ ਹਾਂ ਤਾਂ ਆਪਾਂ ਨੂੰ ਕੰਪਿਊਟਰ ਸਿਸਟਮ ਨੂੰ ਯੂਜ਼ ਕਰਨਾ ਬਹੁਤ ਜ਼ਿਆਦਾ ਈਜ਼ੀ ਹੋ ਜਾਏਗਾ, ਕਨਵੀਨੀਐਂਟ ਹੋ ਜਾਏਗਾ। ਕਿਉਂਕਿ ਜਿੰਨੇ ਵੀ ਸਾਰੇ ਆਪਣੇ ਇਨਪੁਟ ਆਊਟਪੁੱਟ ਡਿਵਾਈਸ ਨੇ ਅਸੀਂ ਸਭ ਨੂੰ ਕੰਪਿਊਟਰ ਸਿਸਟਮ ਕੰਟਰੋਲ ਕਰਦਾ। ਕਦੋਂ ਕਿਸ ਨੂੰ ਇਨਪੁਟ ਲੈਣੀ ਆ, ਕਦੋਂ ਆਊਟਪੁੱਟ ਲੈਣੀ ਆ, ਕਦੋਂ ਰਾਈਟ ਕਰਨਾ ਡਾਟਾ, ਕਦੋਂ ਰੀਡ ਕਰਨਾ, ਇਹ ਸਭ ਕੁਝ ਆਪਣਾ ਜੋ OS ਹੈ ਆਪਰੇਟਿੰਗ ਸਿਸਟਮ ਹੈ, ਇਹੀ ਪ੍ਰੋਸੈਸਰ ਨੂੰ ਦੱਸਦਾ ਵਾ, ਇਹੀ ਪ੍ਰੋਸੈਸਰ ਤੋਂ ਕੰਮ ਕਰਾਉਂਦਾ ਵਾ। ਉਸ ਦਾ ਨੈਕਸਟ ਕੀ ਕੰਮ ਕਰਦਾ? ਟੂ ਐਲੋਕੇਟ ਰਿਸੋਰਸਿਸ ਟੂ ਪ੍ਰੋਸੈਸ। ਉਹਨੇ ਰਿਸੋਰਸਿਸ ਜਿਹੜੇ ਉਹਦੇ ਕੋਲ ਹੈਗੀਆਂ ਨੇ ਉਹਨੂੰ ਐਲੋਕੇਟ ਕਰਦਾ ਵਾ। ਐਲੋਕੇਟ ਕਰਨਾ, ਵੰਡ ਦਿੰਦਾ। ਉਹਦੇ ਕੋਲ ਕੀ ਰਿਸੋਰਸਿਸ ਆ? ਹਾਰਡ ਡਿਸਕ ਦੀ ਮੈਮਰੀ ਆ ਰਿਸੋਰਸਿਸ, ਪ੍ਰੋਸੈਸਰ ਦੀ ਪ੍ਰੋਸੈਸਿੰਗ ਪਾਵਰ ਰਿਸੋਰਸਿਸ ਆ। ਉਹਨੂੰ ਕਿਸ ਤਰੀਕੇ ਨਾਲ ਕੰਟਰੋਲ ਕਰਨਾ, ਕਿਹਨੂੰ ਪ੍ਰੋਸੈਸਿੰਗ ਪਹਿਲਾਂ ਦੇਣੀ ਆ, ਕਿਹਨੂੰ ਬਾਅਦ ਵਿੱਚੋਂ ਦੇਣੀ ਆ, ਕਿਹਨੂੰ ਹਾਰਡ ਡਿਸਕ ਦੀ ਸਪੇਸ ਕਿਹਨੂੰ ਦੇਣੀ ਆ, ਕਿਹਨੂੰ ਕਿੱਥੇ ਰੱਖਣਾ ਵਾ, ਉਹ ਸਾਰਾ ਕੁਝ ਜਿਹੜਾ ਵਾ ਉਹ ਮੈਨੇਜ ਕਰਦਾ ਵਾ, ਉਹ ਆਪਣਾ OS ਮੈਨੇਜ ਕਰਦਾ ਵਾ। ਥਰਡ ਕੀ ਆਪਾਂ ਨੂੰ ਇੱਕ ਪਲੇਜ਼ੈਂਟ ਯੂਜ਼ਰ ਇੰਟਰਫੇਸ ਮਿਲਦਾ ਵਾ। ਪਲੇਜ਼ੈਂਟ ਯੂਜ਼ਰ ਇੰਟਰਫੇਸ ਮਤਲਬ ਜਿਹੜਾ UI ਹੁੰਦਾ, ਯੂਜ਼ਰ ਇੰਟਰਫੇਸ ਜਿਹਨੂੰ ਆਪਾਂ ਇੰਟਰਫੇਸ ਕਰਦੇ ਹਾਂ, ਉਹ ਇੱਕ ਬਹੁਤ ਵਧੀਆ ਤਰੀਕੇ ਨਾਲ ਬਣਿਆ ਹੁੰਦਾ, ਆਪਾਂ ਈਜ਼ੀਲੀ ਉਹਨੂੰ ਇੰਟਰਫੇਸ ਕਰ ਸਕਦੇ ਹਾਂ। ਤੁਸੀਂ ਦੇਖੋ ਪਹਿਲਾਂ DOS ਫਾਰਮੈਟ ਵਿੱਚ ਆਪਣਾ OS ਆਉਂਦਾ ਸੀਗਾ, ਉਹਦੇ 'ਚ ਕਮਾਂਡ ਲਾਈਨ ਇੰਟਰਫੇਸ ਹੁੰਦੀ ਸੀਗੀ। ਉਹਦੇ 'ਚ ਆਪਾਂ ਕਮਾਂਡ ਲਿਖਦੇ ਸੀਗੇ, ਐਂਟਰ ਮਾਰਦੇ ਸੀ, ਆਪਣਾ ਰਿਜ਼ਲਟ ਆ ਜਾਂਦਾ ਸੀ। ਮਤਲਬ ਬਹੁਤ ਬੋਰਿੰਗ ਸੀ। ਹੁਣ ਥੋੜ੍ਹਾ ਅਟਰੈਕਟਿਵ ਲਿਖਣ ਲੱਗ ਗਿਆ, ਵਧੀਆ ਦਿਖਣ ਲੱਗ ਗਿਆ। ਨੈਕਸਟ ਕੀ ਹੈ? ਮੈਨੇਜਿੰਗ ਰਿਸੋਰਸਿਸ ਆਫ ਦਾ ਕੰਪਿਊਟਰ ਸਿਸਟਮ। ਕੰਪਿਊਟਰ ਰਿਸੋਰਸਿਸ ਜਿੰਨੇ ਵੀ ਰਿਸੋਰਸਿਸ ਨੇ ਉਹਨੂੰ ਇਹ ਮੈਨੇਜ ਕਰਦਾ ਵਾ। ਸੋ ਬੇਸਿਕਲੀ ਇਹ ਇੰਪੋਰਟੈਂਟ ਪਾਰਟ ਇਹ ਆਪਣਾ ਹੈਗਾ ਵਾ ਹਾਰਡਵੇਅਰ। ਪਹਿਲਾਂ ਆਪਣੇ ਕੋਲ ਕੀ ਹੁੰਦਾ? ਹਾਰਡਵੇਅਰ। ਪਹਿਲਾਂ ਆਪਣੇ ਕੋਲ ਕੀ ਆਉਂਦਾ? ਹਾਰਡਵੇਅਰ। ਹਾਰਡਵੇਅਰ ਦੇ ਵਿੱਚ ਆਪਣਾ ਜਿੰਨੀ ਵੀ ਆਪਣਾ ਚੀਜ਼ਾਂ ਨੂੰ ਜਿਹੜੀਆਂ ਟੱਚ ਕਰ ਸਕਦੇ ਹਾਂ, ਕੀਬੋਰਡ, ਮਾਊਸ, CPU, ਪ੍ਰਿੰਟਰ, ਐਕਚੁਅਲੀ ਹਾਰਡਵੇਅਰ 'ਚ ਆਉਂਦਾ ਵਾ। ਹਾਰਡਵੇਅਰ ਤੋਂ ਬਿਨਾਂ ਸੌਫਟਵੇਅਰ ਨਹੀਂ ਹੋ ਸਕਦਾ। ਸਭ ਤੋਂ ਪਹਿਲਾਂ ਆਪਣੇ ਕੋਲ ਹਾਰਡਵੇਅਰ ਚਾਹੀਦਾ। ਅਗਰ ਆਪਾਂ ਕਹਿੰਦੇ ਕਿ ਆਪਾਂ ਸੌਫਟਵੇਅਰ ਇੰਸਟਾਲ ਕਰ ਲਈਏ, ਸੌਫਟਵੇਅਰ ਕਿੰਨੇ ਇੰਸਟਾਲ ਹੋਣਾ? ਹਾਰਡਵੇਅਰ 'ਤੇ ਇੰਸਟਾਲ ਹੋਣਾ। ਤਾਂ ਫਸਟ ਇੰਪੋਰਟੈਂਟ ਕੀ ਹੈ? ਹਾਰਡਵੇਅਰ। ਹਾਰਡਵੇਅਰ ਤੋਂ ਬਾਅਦ ਆਪਾਂ ਨੂੰ ਜਦੋਂ ਆਪਾਂ ਹਾਰਡਵੇਅਰ ਅਸੈਂਬਲ ਕਰ ਲਿਆ, ਉਸ ਤੋਂ ਬਾਅਦ ਆਪਾਂ ਨੂੰ ਸੌਫਟਵੇਅਰ ਦੀ ਲੋੜ ਹੁੰਦੀ ਹੈ, ਸਿਸਟਮ ਸੌਫਟਵੇਅਰ ਦੀ, OS ਦੀ। ਸੋ ਸਿਸਟਮ ਸੌਫਟਵੇਅਰ ਕੀ ਹੈ? ਸਿਸਟਮ ਸੌਫਟਵੇਅਰ OS ਜਿਹੜਾ ਹੈ, ਇਹ ਜਿਵੇਂ ਆਪਾਂ ਦੱਸਿਆ ਸੀ ਕਿ ਆਪਣੇ ਬ੍ਰਿਜ ਦੇ ਵਿੱਚ ਕੰਮ ਕਰਦਾ ਵਾ। ਅਤੇ ਸਿਸਟਮ ਸੌਫਟਵੇਅਰ ਤੋਂ ਬਾਅਦ ਵਾਰੀ ਆਉਂਦੀ ਆ ਐਪਲੀਕੇਸ਼ਨ ਸੌਫਟਵੇਅਰ ਦੀ। ਅਗਰ ਆਪਾਂ ਚਾਹੀਏ ਕਿ ਮੇਰੇ ਕੋਲ ਹਾਰਡਵੇਅਰ ਹੈ, ਉਹਦੇ 'ਤੇ ਇਕੱਲਾ MS ਵਰਡ ਕਰ ਲਾਂ ਮੈਂ ਇੰਸਟਾਲ, ਤਾਂ ਆਪਾਂ ਨਹੀਂ ਕਰ ਸਕਦੇ। ਸੋ ਪਹਿਲਾਂ ਆਪਾਂ ਨੂੰ OS ਇੰਸਟਾਲ ਕਰਨਾ ਪੈਣਾ। OS ਜਿਹੜਾ ਵਾ ਉਹ ਇਹਨਾਂ ਨੂੰ ਰਿਸੋਰਸ ਨੂੰ ਵੀ ਕੰਪਲੀਟ ਕਰਦਾ ਵਾ, ਔਰ ਇਹਨਾਂ ਨੂੰ ਪ੍ਰੋਪਰ ਯੂਜ਼ ਕਰਨ ਨੂੰ ਕਾਬਲ ਬਣਾਉਂਦਾ ਵਾ। ਇਸ ਲਈ OS ਇੱਕ ਪਲੇਟਫਾਰਮ ਆ ਜਿਹਦੇ 'ਤੇ ਆਪਾਂ ਐਪਲੀਕੇਸ਼ਨ ਸੌਫਟਵੇਅਰ ਇੰਸਟਾਲ ਕਰਦੇ ਹਾਂ। ਸਿੱਧੇ ਆਪਾਂ ਐਪਲੀਕੇਸ਼ਨ ਸੌਫਟਵੇਅਰ ਇੰਸਟਾਲ ਨਹੀਂ ਕਰ ਸਕਦੇ। ਸੋ ਇਹ ਹਾਰਡਵੇਅਰ ਆ। ਹਾਰਡਵੇਅਰ ਤੋਂ ਆਪਣਾ ਆਪਰੇਟਿੰਗ ਸਿਸਟਮ, ਉਸ ਤੋਂ ਬਾਅਦ ਆਪਣੇ ਐਪਲੀਕੇਸ਼ਨ ਸੌਫਟਵੇਅਰ। ਇਹ ਆਪਣਾ ਬੇਸਿਕਲੀ ਇੱਕ ਫਾਰਮੈਟ ਆ ਜਿਸ ਫਾਰਮੈਟ ਦੇ ਵਿੱਚ ਆਪਾਂ ਚੱਲਦੇ ਹਾਂ। ਨੈਕਸਟ ਹੈਗਾ ਫੀਚਰਸ ਆਫ ਐਨ ਆਪਰੇਟਿੰਗ ਸਿਸਟਮ। OS ਦੇ ਕੀ ਫੀਚਰਸ ਨੇ? ਕਿਹੜੇ ਫੀਚਰਸ ਨੇ? ਨੰਬਰ 1 ਹੈ ਮੈਮਰੀ ਮੈਨੇਜਮੈਂਟ। ਇਹ ਮੈਮਰੀ ਨੂੰ ਮੈਨੇਜ ਕਰਦਾ। ਹਾਰਡ ਡਿਸਕ ਦੇ ਕਿਹੜੇ ਪਾਰਟ 'ਤੇ ਰਾਈਟ ਕਰਨਾ, ਰੈਮ 'ਚ ਕਿਹੜੀ ਚੀਜ਼ ਰਹੂਗੀ, ਰੈਮ ਦੇ ਵਿੱਚ ਕਿਹੜੇ ਕੰਟੈਂਟਸ ਰਹਿਣਗੇ, ਰੋਮ 'ਚ ਕਿਹੜੇ ਕੰਟੈਂਟਸ ਰਹਿਣਗੇ, ਇਹ ਸਾਰਾ ਕੁਛ
OS ਡਿਸਾਈਡ ਕਰਦਾ ਵਾ। ਨੈਕਸਟ ਇਜ਼ ਪ੍ਰੋਸੈਸਰ ਮੈਨੇਜਮੈਂਟ। ਪ੍ਰੋਸੈਸਰ ਨੂੰ ਮੈਨੇਜਮੈਂਟ ਕਰਨ ਦੇ ਲਈ ਕੰਮ ਆਉਂਦਾ ਵਾ, ਪ੍ਰੋਸੈਸਰ ਨੂੰ ਮੈਨੇਜ ਕਰਨ ਲਈ ਕੰਮ ਆਉਂਦਾ ਵਾ। ਔਰ ਨੈਕਸਟ ਜੋ ਇਹ ਕੰਮ ਕਰਦਾ ਵਾ ਉਹ ਹੈਗਾ ਡਿਵਾਈਸ ਮੈਨੇਜਮੈਂਟ। ਜਿੰਨੇ ਵੀ ਆਪਣੇ ਡਿਵਾਈਸ ਲੱਗੇ ਹੁੰਦੇ ਇਨਪੁਟ ਆਊਟਪੁੱਟ ਡਿਵਾਈਸ, ਉਹਨਾਂ ਨੂੰ ਮੈਨੇਜ ਕਰਦਾ ਇਹ। ਉਸ ਤੋਂ ਬਾਅਦ ਫਾਈਲ ਮੈਨੇਜਮੈਂਟ ਨੂੰ ਇਹ ਮੈਨੇਜ ਕਰਦਾ ਵਾ। ਔਰ ਸਿਕਿਉਰਿਟੀ, ਆਪਣੇ ਜਿਹੜੇ ਸਿਸਟਮ ਦੀ ਸਿਕਿਉਰਿਟੀ ਹੁੰਦੀ ਆ, ਕੰਪਿਊਟਰ ਦੀ ਸਿਕਿਉਰਿਟੀ ਹੁੰਦੀ ਆ, ਉਹਨੂੰ ਵੀ ਇਹ ਮੈਨੇਜ ਕਰਦਾ ਵਾ। ਅਲੱਗ-ਅਲੱਗ ਚੀਜ਼ਾਂ ਨੂੰ ਮੈਨੇਜ ਕਰਦਾ, ਮੈਮਰੀ ਨੂੰ, ਪ੍ਰੋਸੈਸਰ ਨੂੰ ਦੱਸਣਾ ਕਦੋਂ ਕਿਹੜੀ ਚੀਜ਼ ਪ੍ਰੋਸੈਸ ਕਰੂਗਾ, ਪ੍ਰਾਇਓਰਟੀ ਕਿਹਨੂੰ ਦੇਣੀ ਹੈ, ਪਹਿਲਾਂ ਕੀ ਪ੍ਰੋਸੈਸ ਹੋਊਗਾ, ਉਸ ਤੋਂ ਬਾਅਦ ਕੀ ਪ੍ਰੋਸੈਸ ਹੋਊਗਾ। ਇਹ ਸਾਰਾ ਕੁਛ ਆਪਣਾ ਜੋ OS ਹੈ ਉਹ ਪਰਫੋਰਮ ਕਰਦਾ। ਜਿਵੇਂ ਮੈਮਰੀ ਮੈਨੇਜਮੈਂਟ ਦੇ ਵਿੱਚ ਕੀ ਲਿਖਿਆ ਆ, ਟੂ ਕੀਪ ਟਰੈਕ ਆਫ ਮੈਮਰੀ ਸਾਈਜ਼, ਵਰਡ ਸਿਲੈਕਸ਼ਨ ਇਜ਼ ਯੂਜ਼ ਬਾਈ ਵਿਚ ਪ੍ਰੋਸੈਸਰ। ਇਹ ਸਾਰਾ ਕੁਛ ਜੋ ਹੈ ਇਹ ਮੈਮਰੀ। ਪ੍ਰੋਸੈਸਰ ਮੈਨੇਜਮੈਂਟ ਦੇ ਵਿੱਚ ਪ੍ਰੋਸੈਸਰ ਦੀ ਐਗਜ਼ੀਕਿਊਸ਼ਨ ਕੀ ਹੋ ਰਹੀ ਹੈ, ਕਿਹੜਾ ਪ੍ਰੋਗਰਾਮ ਚੱਲ ਰਿਹਾ ਵਾ, ਉਸ ਤੋਂ ਬਾਅਦ ਕਿਹੜਾ ਚੱਲੇਗਾ ਉਹ। ਡਿਵਾਈਸ ਦੇ ਵਿੱਚ ਇਨਪੁਟ ਆਊਟਪੁੱਟ ਡਿਵਾਈਸ ਨੂੰ ਕੰਟਰੋਲ ਕਰਨਾ, ਕਦੋਂ ਇਨਪੁੱਟ ਰਿਸੀਵ ਕਰਨਾ, ਕਦੋਂ ਆਊਟਪੁੱਟ ਦੇਣਾ ਆਪਾਂ। ਫਾਈਲ ਮੈਨੇਜਮੈਂਟ ਦੇ ਵਿੱਚ ਫਾਈਲਾਂ ਨੂੰ ਡਿਲੀਸ਼ਨ ਕਰਨੀ, ਕ੍ਰੀਏਸ਼ਨ ਕਰਨੀ, ਡਾਇਰੈਕਟਰੀਜ਼ ਨੂੰ ਬਣਾਉਣਾ, ਸਾਰਾ ਕੁਛ ਕਰਨਾ। ਇਹ ਸਾਰਾ ਆਪਾਂ OS ਦੇ ਥਰੂ ਹੀ ਕਰਦੇ ਹਾਂ। ਇਹ ਸਾਰਾ ਕੰਮ ਆਪਾਂ OS ਦੇ ਥਰੂ ਕਰਦੇ ਹਾਂ। ਨੈਕਸਟ ਜਿਹੜਾ ਟੌਪਿਕ ਆਪਣਾ ਹੈਗਾ ਉਹ ਹੈਗਾ ਹਿਸਟਰੀ ਐਂਡ ਇਵੋਲਿਊਸ਼ਨ ਆਫ ਆਪਰੇਟਿੰਗ ਸਿਸਟਮ। ਆਪਰੇਟਿੰਗ ਸਿਸਟਮ ਕਿਸ ਤਰੀਕੇ ਨਾਲ ਪਹਿਲਾਂ ਕੀ ਸੀ, ਉਸ ਤੋਂ ਬਾਅਦ ਕਿਵੇਂ ਉਹਦਾ ਐਵੋਲਿਊਸ਼ਨ ਹੋਇਆ। ਅਗਰ ਆਪਾਂ OS ਦਾ ਐਵੋਲਿਊਸ਼ਨ ਦੇਖੀਏ ਤਾਂ ਸਭ ਤੋਂ ਪਹਿਲਾਂ ਜਿਹੜਾ OS ਸੀ, ਆਪਰੇਟਿੰਗ ਸਿਸਟਮ ਸੀ, ਉਹਦੇ ਵਿੱਚ ਸੀਰੀਅਲ ਪ੍ਰੋਸੈਸਿੰਗ ਆਉਂਦੀ ਸੀ। ਸੋ ਵਾਟ ਇਜ਼ ਸੀਰੀਅਲ ਪ੍ਰੋਸੈਸਿੰਗ? ਸੀਰੀਅਲ ਪ੍ਰੋਸੈਸਿੰਗ ਦਾ ਮਤਲਬ ਇਹ ਹੁੰਦਾ ਸੀ ਕਿ ਪਹਿਲਾਂ ਆਪਾਂ ਨੂੰ ਇੱਕ ਕੰਮ ਦਿੰਦੇ ਸੀਗੇ ਕੰਪਿਊਟਰ ਨੂੰ, ਜਦੋਂ ਉਹ ਇੱਕ ਕੰਮ ਖਤਮ ਕਰ ਲੈਂਦਾ ਸੀ ਫਿਰ ਉਹ ਦੂਸਰਾ ਕੰਮ ਸ਼ੁਰੂ ਕਰਦਾ ਸੀ ਸੀਰੀਅਲ ਵਾਈਜ਼। ਪਹਿਲਾਂ ਵਨ ਟਾਸਕ ਲਿਆ, ਉਹ ਟਾਸਕ ਨੂੰ ਕਰਨਾ ਸ਼ੁਰੂ ਕੀਤਾ, 1 ਘੰਟੇ 'ਚ ਟਾਸਕ ਖਤਮ ਹੋ ਗਿਆ, ਫਿਰ ਉਹਨੇ ਦੂਸਰਾ ਟਾਸਕ ਲਿਆ, ਦੂਸਰੇ ਟਾਸਕ ਨੂੰ ਕਰਨਾ ਸ਼ੁਰੂ ਕੀਤਾ, ਅੱਧੇ ਘੰਟੇ ਟਾਸਕ ਹੋ ਗਿਆ, ਫਿਰ ਤੀਸਰਾ ਟਾਸਕ ਲਿਆ। ਇਹਨੂੰ ਕਹਿੰਦੇ ਸੀ ਸੀਰੀਅਲ ਪ੍ਰੋਸੈਸਿੰਗ। ਔਰ ਇਹਦੇ ਵਿੱਚ ਬੇਸਿਕਲੀ ਇਹ ਸਿਸਟਮ ਬਹੁਤ ਜ਼ਿਆਦਾ ਸਲੋ ਹੁੰਦਾ ਸੀ, ਕਿਉਂਕਿ ਸੀਰੀਅਲ ਪ੍ਰੋਸੈਸਿੰਗ ਦੇ ਦੌਰਾਨ ਕਈ ਵਾਰੀ ਟਾਈਮ ਇੱਦਾਂ ਹੁੰਦਾ ਸੀ ਕਿ ਪ੍ਰੋਸੈਸਰ ਆਈਡਲ ਹੁੰਦਾ ਸੀ। ਆਪਾਂ ਆਊਟਪੁੱਟ ਜਾ ਰਹੀ ਹੁੰਦੀ ਸੀ, ਡਾਟਾ ਕੁਛ ਰਾਈਟ ਕਰ ਰਿਹਾ ਸੀਗਾ ਜਾਂ ਕੁਛ ਰੀਡ ਕਰ ਰਿਹਾ ਸੀ ਕੰਪਿਊਟਰ, ਤਾਂ ਪ੍ਰੋਸੈਸਰ ਆਪਣਾ ਆਈਡਲ ਰਹਿੰਦਾ ਸੀ। ਔਰ ਇਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਸੀ ਔਰ ਸਿਸਟਮ ਬਹੁਤ ਜ਼ਿਆਦਾ ਸਲੋ ਹੁੰਦੇ ਸੀ। ਉਸ ਤੋਂ ਬਾਅਦ ਥੋੜ੍ਹਾ ਹੋਰ ਐਡਵਾਂਸ ਸਿਸਟਮ ਹੋਇਆ, ਉਦੋਂ ਕੀ ਆਇਆ, ਬੈਚ ਪ੍ਰੋਸੈਸਿੰਗ ਸਿਸਟਮ ਆ ਗਏ। ਜਿਹੜੇ ਨਵੇਂ OS ਆਉਣ ਲੱਗੇ ਆਪਰੇਟਿੰਗ ਸਿਸਟਮ, ਉਹਨਾਂ ਵਿੱਚ ਬੈਚ ਪ੍ਰੋਸੈਸਿੰਗ ਸਿਸਟਮ ਸੀ। ਸੋ ਵਾਟ ਇਜ਼ ਬੈਚ ਪ੍ਰੋਸੈਸਿੰਗ ਸਿਸਟਮ? ਬੈਚ ਪ੍ਰੋਸੈਸਿੰਗ ਸਿਸਟਮ 'ਚ ਆਪਾਂ ਕੀ ਕਰਦੇ ਸੀ, ਇੱਕ ਬੈਚ ਲੈ ਲੈਂਦੇ ਸੀ, ਇੱਕ ਜੋਬ ਜਿਹਦੇ ਵਿੱਚ ਕਾਫੀ ਸਾਰੀਆਂ ਇੰਸਟਰਕਸ਼ਨ ਸੀਗੀਆਂ, ਇੱਕ ਪ੍ਰੋਗਰਾਮ ਲੈਂਦੇ ਸੀਗੇ, ਉਹਦੀ ਪ੍ਰੋਸੈਸਿੰਗ ਕਰਦੇ ਸੀ। ਜਦੋਂ ਇੱਕ ਪੂਰੇ ਬੈਚ ਦੀ ਪ੍ਰੋਸੈਸਿੰਗ ਕੰਪਲੀਟ ਹੋ ਜਾਂਦੀ ਸੀ, ਫਿਰ ਉਸ ਤੋਂ ਬਾਅਦ ਆਪਾਂ ਦੂਸਰਾ ਬੈਚ ਲੈਂਦੇ ਸੀ। ਬੈਚ ਬਾਈ ਬੈਚ ਆਪਾਂ ਇੰਸਟਰਕਸ਼ਨ ਨੂੰ ਕਲੀਅਰ ਕਰਦੇ ਸੀ। ਪਹਿਲਾਂ ਇੱਕ ਬੈਚ ਦੇ ਵਿੱਚ 15-20 ਇੰਸਟਰਕਸ਼ਨ ਹੁੰਦੀਆਂ, 50-100 ਇੰਸਟਰਕਸ਼ਨ ਹੁੰਦੀਆਂ। ਜਦੋਂ 100 ਇੰਸਟਰਕਸ਼ਨ ਕਲੀਅਰ ਹੋ ਗਈਆਂ, ਫਿਰ ਨੈਕਸਟ ਬੈਚ। ਇਸ ਤਰੀਕੇ ਨਾਲ ਇਹ ਕੰਮ ਚੱਲਦਾ ਰਹਿੰਦਾ ਸੀ। ਇਹਦੇ ਵਿੱਚ ਵੀ ਇਹ ਥੋੜ੍ਹਾ ਸੀਰੀਅਲ ਨਾਲੋਂ ਫਾਸਟ ਸੀਗਾ, ਲੇਕਿਨ ਇਹ ਵੀ ਬਹੁਤ ਜ਼ਿਆਦਾ ਸਲੋ ਸੀ, ਕਿਉਂਕਿ ਇੱਕ ਬੈਚ ਦੇ ਦੌਰਾਨ ਕਿਉਂਕਿ ਪ੍ਰੋਸੈਸਰ ਆਈਡਲ ਆ ਤਾਂ ਆਪਾਂ ਨੂੰ ਯੂਜ਼ ਨਹੀਂ ਕਰ ਸਕਦੇ। ਜਿਵੇਂ ਬੈਚ ਪ੍ਰੋਸੈਸਿੰਗ ਲਿਖਿਆ ਕਿ ਆਪਾਂ ਜਿੰਨਾ ਵੀ ਡਾਟਾ ਸੇਵ ਕੀਤਾ ਉਹਨੂੰ ਆਪਾਂ ਹਾਰਡ ਡਿਸਕ 'ਤੇ ਰਾਈਟ ਕਰਨਾ, ਤਾਂ ਆਪਾਂ ਡਾਟਾ ਨੂੰ ਹਾਰਡ ਡਿਸਕ 'ਤੇ ਜਦੋਂ ਰਾਈਟ ਕਰ ਰਹੇ ਸੀਗੇ ਤਾਂ ਉਸ ਦੌਰਾਨ ਜਿਹੜਾ ਪ੍ਰੋਸੈਸਰ ਆਪਣਾ ਉਹ ਆਈਡਲ ਰਹਿੰਦਾ ਵਾ, ਤਾਂ ਉਹਨੂੰ ਆਪਾਂ ਯੂਜ਼ ਨਹੀਂ ਕਰ ਪਾਉਂਦੇ। ਇਹਦੇ ਵਿੱਚ ਵੀ ਥੋੜ੍ਹੀ ਜਿਹੀ ਪ੍ਰੋਬਲਮ ਸੀ ਔਰ ਇਹ ਵੀ ਥੋੜ੍ਹਾ ਸਲੋ ਸੀਗਾ। ਨੈਕਸਟ ਜਿਹੜਾ ਆਪਰੇਟਿੰਗ ਸਿਸਟਮ ਆਇਆ ਸੀ, ਜਿਹੜੇ ਥੋੜ੍ਹੇ ਪਹਿਲਾਂ ਜਿਹੜੇ ਐਡਵਾਂਸ ਆਪਰੇਟਿੰਗ ਸਿਸਟਮ ਸੀ, ਉਹਦੇ ਵਿੱਚ ਮਲਟੀ ਪ੍ਰੋਗਰਾਮਡ ਬੈਚ ਸਿਸਟਮ ਸੀ। ਸੋ ਮਲਟੀ ਪ੍ਰੋਗਰਾਮ ਬੈਚ ਸਿਸਟਮ ਨੇ ਜਦੋਂ ਬੈਚ ਪ੍ਰੋਸੈਸਿੰਗ ਸਿਸਟਮ 'ਚ ਸਿਸਟਮ ਆਈਡਲ ਹੁੰਦਾ ਸੀ, ਉਹਦੀ ਸਿਸਟਮ ਨੂੰ ਕੀ ਕਰਦਾ, ਉਸ ਜਿਹੜੀ ਪ੍ਰੋਬਲਮ ਆਉਂਦੀ ਸੀ ਉਹ ਪ੍ਰੋਬਲਮ ਨੂੰ ਇੰਪਰੂਵ ਕਰਦਾ। ਹੁਣ ਇਹਦੇ 'ਚ ਕੀ ਸੀ, ਮਲਟੀ ਬੈਚ ਪ੍ਰੋਗਰਾਮ ਅਪਲੋਡ ਹੋ ਜਾਂਦੇ ਸੀ ਕੰਪਿਊਟਰ ਦੇ ਵਿੱਚ। ਜਦੋਂ ਇੱਕ ਬੈਚ ਪ੍ਰੋਗਰਾਮ 'ਚ ਕਿੰਨਾ ਡਾਟਾ ਰਾਈਟ ਹੋ ਜਾਂਦਾ ਸੀ, ਪ੍ਰੋਸੈਸਰ ਆਈਡਲ ਹੁੰਦਾ ਸੀ, ਤਾਂ ਕਮਾਂਡ ਚੱਲੇ ਜਾਂਦੇ, ਕੰਟਰੋਲ ਚੱਲੇ ਜਾਂਦਾ ਸੀ ਪ੍ਰੋਸੈਸਰ ਦਾ ਸੈਕਿੰਡ ਬੈਚ ਆਪਰੇਟਿੰਗ ਸਿਸਟਮ ਤੋਂ। ਤਾਂ ਸੈਕਿੰਡ ਬੈਚ ਆਪਰੇਟਿੰਗ ਸਿਸਟਮ ਵਰਕ ਕਰਨਾ ਸ਼ੁਰੂ ਕਰਦਾ ਸੀ। ਜਦੋਂ ਪਹਿਲਾ ਬੈਚ ਆਪਰੇਟਿੰਗ ਰੈਡੀ ਹੋ ਗਿਆ ਕੰਮ ਕਰਨ ਲਈ, ਫਿਰ ਕਮਾਂਡ ਚੱਲ ਜਾਂਦੀ ਸੀ ਫਸਟ ਵਾਲੇ ਤੋਂ, ਫਿਰ ਫਸਟ ਸ਼ੁਰੂ ਹੋ ਜਾਂਦਾ, ਜਦੋਂ ਵਿਹਲਾ ਹੋਇਆ ਫਿਰ ਸੈਕਿੰਡ ਤੋਂ। ਇਸ ਤਰੀਕੇ ਨਾਲ ਜਿੰਨੇ ਆਪਾਂ ਪ੍ਰੋਗਰਾਮ ਮਲਟੀਟਾਸਕਿੰਗ ਆਪਾਂ ਡਾਊਨਲੋਡ ਕਰਕੇ ਉਹਨੂੰ ਇੰਪਰੂਵ ਕਰ ਸਕਦੇ ਸੀ। ਔਰ ਜਿਹੜੇ ਲੇਟੈਸਟ OS ਆਏ ਨੇ, ਲੇਟੈਸਟ ਆਪਰੇਟਿੰਗ ਸਿਸਟਮ ਆ, ਉਹਨਾਂ ਦੇ ਵਿੱਚ ਕੀ ਆ ਰਿਹਾ, ਉਹਨਾਂ ਦੇ ਵਿੱਚ ਇੱਕ ਸਿਸਟਮ ਆ ਰਿਹਾ ਜਿਹਨੂੰ ਆਪਾਂ ਕਹਿੰਦੇ ਟਾਈਮ ਸ਼ੇਅਰਿੰਗ ਸਿਸਟਮ। ਟਾਈਮ ਸ਼ੇਅਰਿੰਗ ਸਿਸਟਮ ਦੇ ਵਿੱਚ ਕੀ ਕਰਦੇ ਹਾਂ ਆਪਾਂ, ਹਰ ਜਿੰਨੇ ਵੀ ਕੰਮ ਹੁੰਦੇ ਆ, ਕਾਫੀ ਸਾਰੇ ਕੰਮ ਮਲਟੀਟਾਸਕਿੰਗ ਹੁੰਦੀ ਹੈ, 15-20
ਜੌਬਸ ਇਕੱਠੀਆਂ ਚੱਲੀਆਂ ਹੋਈਆਂ ਨੇ, ਹਰ ਇੱਕ ਨੂੰ ਟਾਈਮ ਦਿੱਤਾ ਹੋਇਆ, 2 ਸੈਕਿੰਡ ਲਈ ਆਹ ਕੰਮ ਹੁੰਦਾ, 2 ਸੈਕਿੰਡ ਲਈ ਫਿਰ ਕੰਟਰੋਲ ਦੂਜੇ ਕੋਲ, 2 ਸੈਕਿੰਡ ਲਈ ਤੀਸਰੇ ਕੋਲ, ਇਸ ਤਰੀਕੇ ਨਾਲ ਫਿਰ ਪਹਿਲੇ ਕੋਲ, ਜਦੋਂ ਆਈਡਲ ਹੋਇਆ ਕੰਟਰੋਲ ਦੂਸਰੇ ਕੋਲ। ਮਤਲਬ ਕਿੰਨੀ ਸਾਰੀਆਂ ਪਿੱਚਾਂ ਉਹਨਾਂ ਨੂੰ ਟਾਈਮ ਸ਼ੇਅਰ ਕਰਕੇ ਆਪਾਂ OS ਨੂੰ ਚਲਾਉਂਦੇ ਸੀਗੇ। ਅਤੇ ਇਸ ਤਰੀਕੇ ਨਾਲ ਆਪਣਾ ਕੀ ਸੀਗਾ, ਟਾਈਮ ਬਹੁਤ ਬਚਦਾ ਸੀਗਾ, ਕੰਪਿਊਟਰ ਬਿਲਕੁਲ ਵੀ ਆਈਡਲ ਨਹੀਂ ਸੀ ਰਹਿੰਦਾ ਵਾ, ਔਰ ਕਾਫੀ ਸਾਰੇ ਕੰਮ ਲਗਾਤਾਰ ਇਕੱਠੇ ਨਾਲ ਆਪਣੇ ਕੋਲ ਹੋ ਜਾਂਦੇ ਸੀ। ਔਰ ਲਾਸਟ ਜਿਹੜਾ ਟੌਪਿਕ ਆਪਣਾ ਹੈਗਾ ਯੂਜ਼ਰ ਇੰਟਰਫੇਸ। ਯੂਜ਼ਰ ਇੰਟਰਫੇਸ ਕੀ ਹੁੰਦਾ ਵਾ? ਯੂਜ਼ਰ ਇੰਟਰਫੇਸ ਬੇਸਿਕਲੀ ਉਹ ਇੰਟਰਫੇਸ ਆ ਜਿਹਦੇ ਨਾਲ ਅਸੀਂ ਕੰਪਿਊਟਰ ਜਿਹੜਾ OS ਸਾਡਾ ਆਪਰੇਟਿੰਗ ਸਿਸਟਮ ਆ ਉਹ ਨਾਲ ਇੰਟਰੈਕਟ ਕਰਦੇ ਹਾਂ। ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ, ਪੁਰਾਣਾ ਜਿਹੜਾ OS ਸੀਗਾ ਆਪਣਾ ਆਪਰੇਟਿੰਗ ਸਿਸਟਮ ਸੀਗਾ DOS, ਡਿਸਕ ਆਪਰੇਟਿੰਗ ਸਿਸਟਮ ਜਿਹਨੂੰ ਆਪਾਂ ਕਹਿੰਦੇ ਹਾਂ DOS। ਉਹ ਬੇਸਿਕਲੀ ਕਮਾਂਡ ਲਾਈਨ ਜਾਂ ਕਰੈਕਟਰ ਯੂਜ਼ਰ ਇੰਟਰਫੇਸ ਸੀਗਾ। ਉਹਨੂੰ ਕਮਾਂਡ ਲਾਈਨ ਯੂਜ਼ਰ ਇੰਟਰਫੇਸ ਵੀ ਕਹਿ ਦਿੰਦੇ ਹਾਂ, ਕਰੈਕਟਰ ਯੂਜ਼ਰ ਇੰਟਰਫੇਸ ਵੀ ਕਹਿ ਦਿੰਦੇ ਹਾਂ, ਕਿਉਂਕਿ ਉਹਦੇ ਵਿੱਚ ਕੀ ਹੁੰਦਾ ਸੀ, ਆਪਾਂ ਨੂੰ ਜੋ ਵੀ ਆਪਾਂ ਕੰਪਿਊਟਰ ਤੋਂ ਕੰਮ ਲੈਣਾ ਉਹਦੀ ਕਮਾਂਡ ਟਾਈਪ ਕਰਨੀ ਪੈਂਦੀ ਸੀ। ਕਮਾਂਡ ਟਾਈਪ ਕਰਕੇ ਆਪਾਂ ਐਂਟਰ ਕਰਦੇ ਸੀ ਤਾਂ ਆਪਣੀ ਕਮਾਂਡ ਜਿਹੜੀ ਆ ਐਗਜ਼ੀਕਿਊਟ ਹੋ ਜਾਂਦੀ ਸੀ। ਉਹ ਬਹੁਤ ਹੀ ਕਰੰਬਲਸਮ ਸੀਗਾ, ਕਿਉਂਕਿ ਉਹ 'ਚ ਬਹੁਤ ਸਾਰੀਆਂ ਕਮਾਂਡ ਸੀ, ਯੂਜ਼ਰ ਨੂੰ ਸਾਰੀਆਂ ਕਮਾਂਡ ਯਾਦ ਰੱਖਣੀਆਂ ਪੈਂਦੀਆਂ ਸੀ। ਉਸ ਤੋਂ ਬਾਅਦ ਐਡਵਾਂਸ ਸਿਸਟਮ ਵਿੰਡੋ 95 ਤੋਂ ਬਾਅਦ ਨਿਊ ਇੰਟਰਫੇਸ ਆਇਆ ਜਿਹਨੂੰ ਆਪਾਂ ਕਹਿੰਦੇ ਹਾਂ ਗ੍ਰਾਫਿਕਲ ਯੂਜ਼ਰ ਇੰਟਰਫੇਸ। ਗ੍ਰਾਫਿਕਲ ਯੂਜ਼ਰ ਇੰਟਰਫੇਸ ਬਹੁਤ ਫਰੈਂਡਲੀ ਸੀਗਾ, ਇੰਟਰਫੇਸ ਲਰਨ ਕਰਨਾ ਬਹੁਤ ਸੌਖਾ ਸੀ, ਔਰ ਇਹਦੇ 'ਚ ਆਪਾਂ ਨੂੰ ਕੋਈ ਕਮਾਂਡਸ ਯਾਦ ਰੱਖਣੀਆਂ ਨਹੀਂ ਪੈਂਦੀਆਂ ਸੀ, ਕਿਉਂਕਿ ਇਹਦੇ ਵਿੱਚ ਸਭ ਕੁਝ ਪਿਕਚਰਸ ਵਾਂਗੂ ਬਣਿਆ ਹੋਇਆ ਸੀ। ਹੁਣ ਇਹ ਸਭ ਕੁਝ ਆਈਕਨਸ ਬਣੇ, ਇਹਨੂੰ ਆਪਾਂ ਆਈਕਨਸ ਬੋਲਦੇ ਹਾਂ, ਪਿਕਚਰ ਵਾਂਗੂ ਬਣੇ ਹੋਏ ਆ। VLC ਪਲੇਅਰ ਲਿਖਿਆ ਹੋਇਆ, ਮੈਨੂੰ VLC ਪਲੇਅਰ ਦੀ ਕਮਾਂਡ ਨਹੀਂ ਦੇਣੀ ਪੈਣੀ, ਮੈਂ ਸਿਰਫ ਇਹਨੂੰ ਡਬਲ ਕਲਿੱਕ ਕਰੂੰਗਾ ਔਰ ਮੇਰਾ VLC ਪਲੇਅਰ ਹੈ ਰਨ ਹੋ ਜਾਏਗਾ। ਇਸ ਤਰੀਕੇ ਨਾਲ ਇੰਗਲਿਸ਼ ਵਾਲੀ ਲੈਂਗੁਏਜ ਦੇ ਵਿੱਚ ਸਾਰੇ ਮੈਨੂ ਲਿਖੇ ਹੁੰਦੇ ਸੀ, ਤਾਂ ਸਾਨੂੰ ਵਰਕਿੰਗ ਕਰਨ ਦੇ ਵਿੱਚ ਬਹੁਤ ਹੀ ਈਜ਼ੀ ਹੁੰਦਾ ਸੀ। ਅਤੇ ਇਹਨੂੰ ਆਪਾਂ ਕਹਿੰਦੇ ਹਾਂ ਗ੍ਰਾਫਿਕਲ ਯੂਜ਼ਰ ਇੰਟਰਫੇਸ। ਸਭ ਕੁਝ ਗ੍ਰਾਫਿਕਲੀ ਲਿਖਿਆ ਹੋਇਆ, ਆਈਕਨਸ ਬਣੇ ਹੋਏ ਨੇ, ਪਿਕਚਰਸ ਬਣੀਆਂ ਹੋਈਆਂ ਨੇ, ਆਪਾਂ ਨੂੰ ਈਜ਼ੀਲੀ ਆਪਾਂ ਡਰੈਗ ਐਂਡ ਡਰੋਪ ਕਰ ਸਕਦੇ ਹਾਂ, ਕਲਿੱਕ ਕਰ ਸਕਦੇ ਹਾਂ। ਤਾਂ ਇਹਦੇ 'ਚ ਕੀ ਹੋਏਗਾ, ਆਪਾਂ ਨੂੰ ਜਿਹੜਾ ਵਰਕਿੰਗ ਸੀਗੀ ਉਹ ਮੋਰ ਜ਼ਿਆਦਾ ਯੂਜ਼ਰ ਫਰੈਂਡਲੀ ਹੋ ਗਈ ਸੀਗੀ। ਅਤੇ ਇਹ ਆਪਣੇ ਬੇਸਿਕਲੀ ਅਜੇ ਇਸ ਦੇ ਨਾਲ ਹੀ ਆਪਣਾ ਸੈਕਿੰਡ ਜਿਹੜਾ ਚੈਪਟਰ ਹੈ ਉਹ ਕੰਪਲੀਟ ਹੋ ਗਿਆ ਵਾ। ਐਂਡ ਆਈ ਹੋਪ ਕਿ ਤੁਸੀਂ ਸਾਰਾ ਕੁਝ ਅੰਡਰਸਟੈਂਡ ਕਰ ਚੁੱਕੇ ਹੋਗੇ। ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਉਹਨੂੰ ਇੱਕ ਵਾਰ ਜਾ ਕੇ ਵੀਡੀਓ ਨੂੰ ਪੌਜ਼ ਕਰਕੇ ਸਟੱਡੀ ਕਰਕੇ ਧਿਆਨ ਨਾਲ ਦੇਖੋ। ਜਲਦੀ ਆਪਾਂ ਮਿਲਦੇ ਹਾਂ ਨੈਕਸਟ ਚੈਪਟਰ ਲਈ, ਤਦ ਤੱਕ ਲਈ ਗੁੱਡ ਬਾਏ।